ਅਮਲ ਕਿਉਂ ਗਿਰਦਾ? ਪਹਿਲਾਂ ਇਹ ਪੁੱਛੋ। ਜਦੋਂ ਔਲਾਦ ਕਮਜ਼ੋਰ ਹੋ ਜਾਂਦੇ, ਉਸ ਔਰਤ ਨੂੰ ਗਰਮ ਸ਼ੈ ਨਹੀਂ ਖਾਣ ਦਿੰਦੇ, ਅਮਲ ਨਾ ਗਿਰ ਜਾਏ। ਅਮਲ ਉਦੋਂ ਗਿਰਦਾ ਹੈ ਜਦੋਂ ਖੂਨ ਦੇ ਅੰਦਰ ਰਤੂਤਾਂ ਵੱਧ ਜਾਂਦੀਆਂ, ਔਲਾਦ ਢਿੱਲੇ ਹੋ ਜਾਂਦੇ, ਰਹਿਮ ਦੇ ਅੰਦਰ ਢਿੱਲਾਪਨ ਪੈਦਾ ਹੋ ਜਾਂਦਾ, ਉਹ ਕੰਟਰੋਲ ਨਹੀਂ ਕਰਦਾ ਉਹਨੂੰ, ਅਮਲ ਹੋ ਜ਼ਾਇਆ ਹੋ ਜਾਂਦਾ। ਫਿਰ ਕੋਈ ਇੱਕ ਬੰਦਾ ਆਇਆ ਸੀਗਾ, ਕਿੱਥੋਂ ਆਇਆ ਸੀ ਉਹ ਹਾਫਜ਼, ਪੱਤੋਕੀ ਤੋਂ ਅੱਗੇ ਜਾਈਏ ਨਾ ਤੇ ਉੱਥੇ ਦਰਬਾਰ ਆ ਬਹੁਤ ਵੱਡਾ, ਵੇਖ ਉਹਦਾ ਮੈਨੂੰ ਨਾਂ ਭੁੱਲ ਗਿਆ। ਉੱਥੇ ਦਾ ਇੱਕ ਮੁੰਡਾ ਉੱਥੋਂ ਪੜ੍ਹਿਆ ਸੀਗਾ ਤੇ ਉਹਨਾਂ ਦਾ 14 ਬੱਚੇ ਜ਼ਾਇਆ ਹੋਏ। ਕਿਸੇ ਨੇ ਦੱਸਿਆ ਇੱਥੇ ਦਾ, ਉਹ ਸ਼ਾਹਕੋਟ ਆ ਗਿਆ, ਉਦੋਂ ਦੁਕਾਨ ਹੁੰਦੀ ਸੀ ਉਹ ਲੰਡੇ 'ਚ ਦੁਕਾਨ ਰਹੀ ਆ ਸਨ 4 ਦੇ 9ਵੇਂ ਮਹੀਨੇ ਤੱਕ। ਉਹਦੇ 'ਚ ਬੱਚੇ 14 ਜ਼ਾਇਆ ਹੋ ਗਏ। ਨਬਜ਼ ਵੇਖ ਕੇ ਮੈਂ ਕਿਹਾ ਤੁਸੀਂ ਉਹਨੂੰ ਗਰਮ ਸ਼ੈ ਕੋਈ ਨਹੀਂ ਖਾਣ ਦਿੰਦੇ। ਬੱਚਿਆਂ ਨੇ ਪਾਲਣਾ ਕਰਨਾ ਬਲਗਮ ਨਾਲ ਜਾਂ ਖੂਨ ਨਾਲ। ਜਦੋਂ ਖੂਨ ਪੈਦਾ ਕਰਨ ਵਾਲੀ ਸ਼ੈ ਕੋਈ ਨਹੀਂ ਰਹਿਣੀ, ਬੱਚਾ ਕਿੱਦਾਂ ਗਰੋਥ ਕਰੂਗਾ? ਸਾਰੀਆਂ ਸਾਬੀ ਠੰਡੀਆਂ। ਤੇ ਜਦੋਂ ਮੇਦੇ ਰਹਿਮ ਦੇ ਔਲਾਦ ਜਿਹੜੇ ਹੈਗੇ ਉਹ ਢਿੱਲੇ ਹੋ ਜਾਣ, ਉਹ ਕੰਟਰੋਲ ਕਰ ਨਹੀਂ ਨਾ, ਤਾਂ ਬੱਚਾ ਜ਼ਾਇਆ ਹੋਣਾ। 14 ਬੱਚੇ ਜ਼ਾਇਆ ਕਰਕੇ ਫੇਰ ਉਹ ਆਏ, ਦਵਾਈ ਦਿੱਤੀ, ਪਹਿਲੇ ਮਹੀਨੇ ਉਹਨਾਂ ਆ ਕੇ ਜੀ ਅਮਲ ਠਹਿਰ ਗਿਆ। ਤੇ ਹੁਣ ਕੋਈ ਠੰਡੀਆਂ ਚੀਜ਼ਾਂ ਖਾਣੀਆਂ, ਮੈਂ ਕਿਹਾ ਉਹ ਠੰਡੀਆਂ ਖਾ ਤੁਸੀਂ ਜੇ ਰੱਜੇ ਨਹੀਂ, ਗਰਮ ਖਵਾਉਣੀਆਂ। ਅਜ਼ਲਾਤੀ ਦੋਵੇਂ, ਅਜ਼ਲਾਤੀ ਤੇ ਕਸ਼ਰੀ ਅਜ਼ਲਾਤੀ। ਉਹ ਹਕੀਮਾਂ ਜੋ ਫੂਤਾਂ ਮਾਰੀਆਂ ਆਪਣੀਆਂ, ਉਹ ਜਿਹੜਾ ਉਹਦਾ ਸਾਲ ਉਹਨੂੰ ਆਉਂਦਾ ਵੀ ਯਾਰ ਲੈ ਲਾ ਹਕੀਮ ਚੰਗਾ, ਦਵਾਈ ਲੈ ਲਾ। ਉਹ 3 ਪੁੜੀਆਂ ਉਹਨੇ ਲਈਆਂ ਉਹਦੇ ਕੋਲੋਂ ਇੱਕ ਦਿਨ ਦੀਆਂ। ਰਾਤ ਨੂੰ ਫੋਨ ਆ ਗਿਆ ਮੈਨੂੰ, ਹੈ ਜੀ ਉਹ ਮਾਵਾਰੀ ਆਪਣਾ ਖੂਨ ਦਾਗ ਲੱਗਣ ਲੱਗ ਪਿਆ। ਮੈਂ ਕਿਹਾ ਕੋਈ ਪੰਗਾ ਤੁਸੀਂ ਲੈ ਲਿਆ? ਅਗੇ ਇੱਦਾਂ ਦਾ ਹਕੀਮ ਆਇਆ ਸੀ, ਉਹਨੇ ਦੇਤੀ ਦਵਾਈ। ਮੈਂ ਕਿਹਾ ਫੌਰਨ ਸਵੇਰੇ ਪਹੁੰਚ। ਬੀਬੀ ਆਪਣੀ ਨੂੰ ਲੈ ਗਏ, ਉਹ ਲੈ ਕੇ ਆਇਆ ਉੱਥੇ ਲੰਡੇ ਦੇ ਵਿੱਚ ਉਸ ਦੁਕਾਨ 'ਤੇ। ਵੇਖ ਕੇ ਤੇ ਨਾਲੇ ਖਾਧੀਆਂ ਉਹਨਾਂ ਮੇਰੇ ਕੋਲ ਗਾਲਾਂ, ਤੇ ਨਾਲੇ ਦਿੱਤੀ ਦਵਾਈ ਦੇ ਪੈਸੇ ਲੈ। ਉਹਨੂੰ ਮੈਂ ਕਿਹਾ ਵੀ ਜਾਓ ਜਾ ਕੇ। ਫਿਰ ਫੋਨ ਕੀਤਾ ਜੀ ਨਰਸਾਂ ਆਉਂਦੀਆਂ ਵਾ ਵੀ ਲੇਡੀ ਡਾਕਟਰ ਵੀ ਆਉਂਦੀ ਹੈ ਵੀ ਗਰਮ ਸ਼ੈ ਨਾ ਦਿਓ। ਮੈਂ ਕਿਹਾ ਉਹਨਾਂ ਦੇ ਆਖੇ ਲੱਗ ਕੇ 14 ਬੱਚੇ ਜ਼ਾਇਆ ਕਰ ਲੈ, ਮੇਰੇ ਆਖੇ ਲੱਗ ਕੇ ਇੱਕ ਬੱਚਾ ਹੀ ਜ਼ਾਇਆ ਕਰ ਲਓ। ਉਹ ਖੈਰ ਅੱਲਾ ਨੇ ਉਹਨਾਂ ਨੂੰ ਬੇਟਾ ਦਿੱਤਾ, ਬੜੇ ਖੁਸ਼। ਫਿਰ ਉਹਨੂੰ ਬੇਟੀ ਦਿੱਤੀ, ਹੁਣ ਨਹੀਂ ਕਦੀ ਆਇਆ, ਪਤਾ ਨਹੀਂ ਕਿੱਥੇ ਹੈਗਾ ਕਿ ਮਰ ਗਿਆ। ਇਹ ਤੇ ਹਾਲ ਹੈ ਲੋਕਾਂ ਦਾ। ਤੇ ਜੀ ਉਹ ਲੇਡੀ ਡਾਕਟਰ ਆਹ ਗੱਲ ਆਉਂਦੀ ਹੈ, ਲੇਡੀ ਡਾਕਟਰ ਆਹ ਗੱਲ ਆਉਂਦੀ ਹੈ ਵੀ ਗਰਮ ਸ਼ੈ ਨਾ ਦਿਓ। ਮੈਂ ਕਿਹਾ ਬੱਚਾ ਪਲਣਾ ਕਾਹਦੇ ਸਿਰ 'ਤੇ? ਬੱਚਾ ਪਲਣਾ ਖੂਨ ਦੇ ਸਿਰ 'ਤੇ, ਬਲਗਮ ਦੇ ਸਿਰ 'ਤੇ ਨਹੀਂ ਪਲਣਾ। 2 ਮਹੀਨੇ ਜਦੋਂ ਮੁਕੰਮਲ ਹੋ ਗਏ, ਹਾਂ 2 ਮਹੀਨੇ ਉਸ ਤੋਂ ਫਿਰ ਕਿਸੇ ਦਿਨ ਵੀ ਡਿਲੀਵਰੀ ਹੋ ਸਕਦੀ ਨਾ 9ਵੇਂ ਮਹੀਨੇ ਤੋਂ ਬਾਅਦ। ਤੇ ਫਿਰ ਉਹ ਕੁਦਰਤੀ ਪ੍ਰੋਸੀਜਰ ਹੈ ਨਾ, ਕਿਸੇ ਟਾਈਮ ਵੀ ਡਿਲੀਵਰੀ ਹੋ ਸਕਦੀ। ਹਾਂਜੀ 9ਵੇਂ ਮਹੀਨੇ ਤੋਂ ਬਾਅਦ ਕਿਹੜੀ ਖੁਰਾਕ, ਯਾਨੀ ਕਿ ਉਹ ਡਿਲੀਵਰੀ ਆਸਾਨੀ ਨਾਲ ਹੋ ਜਾਏ, ਉੱਥੇ ਕਸ਼ਰੀ ਸਾਬੀ ਬੇਟਾ ਕਸ਼ਰੀ ਸਾਬੀ ਲਿਓਗੇ, ਔਲਾਦ ਫੇਰ ਢਿੱਲੇ ਹੋ ਜਾਣਗੇ। ਡਿਲੀਵਰੀ ਕਿੱਦਾਂ ਹੋਊਗੀ? ਅੰਦਰ ਹੀ ਲਈ ਫਿਰ ਉਹੀ ਖੁਰਾਕ ਜਾਰੀ ਰੱਖੀ, ਖੁਰਾਕ ਉਹੀ ਦੇਣੀ ਹੈ। ਜਿਸ ਵੇਲੇ ਡਿਲੀਵਰੀ ਹੋ ਜਾਵੇ ਫਿਰ ਕਸ਼ਰੀ ਸਾਬੀ ਦੇਣੀ ਆ, ਤਾਂ ਕਿ ਉਹਦੀ ਗਲਾਦਤ ਜਿੰਨੀ ਹੈਗੀ ਉਹ ਸਾਫ਼ ਹੋ ਜਾਏ। ਰਹਿਮ ਦੇ ਅੰਦਰ ਜਿੰਨੀ ਗਲਾਦਤ ਹੈ ਕਸ਼ਰੀ ਸਾਬੀ ਨੇ ਸਾਫ਼ ਕਰਨੀ ਆ, ਉਹ ਦਿਓ। ਐਨ ਮੌਕਾ 'ਤੇ ਡਿਲੀਵਰੀ ਦੇ ਜਦੋਂ ਦਰਦ ਸ਼ੁਰੂ ਹੋਣ, 2 ਗੋਲੀਆਂ ਇਹਦੀਆਂ 3 ਨੰਬਰ ਮੁਸਲ ਦੀਆਂ, ਅਜ਼ਲਾਤੀ ਗੁੱਦੀ ਮੁਸਲ ਸਾਬਰ ਸਾਹਿਬ ਦਾ, ਉਹ 2 ਗੋਲੀਆਂ ਦੇ ਦਿਓ, ਨਾਲ ਕਾਵਾ ਲੌਂਗ ਦਾਲਚੀਨੀ ਦਾ ਪਿਆ ਦਿਓ। 3 ਘੰਟੇ ਨਹੀਂ ਲੱਗਣਗੇ, 3 ਘੰਟੇ ਤੋਂ ਪਹਿਲੇ ਡਿਲੀਵਰੀ ਹੋ ਜਾਏਗੀ। ਕੋਈ ਟੀਕੇ ਦੀ ਲੋੜ, ਕੋਈ ਦਵਾਈ ਦੀ ਲੋੜ, ਆਪਣੇ ਆਪ ਹੀ ਮੁੰਡਾ ਜੰਮ ਲੂ। ਉਹ ਮੇਰੇ ਚਾਚੇ ਦਾ ਪੁੱਤ ਸੀ, ਉਹਦੇ ਇੱਕ ਬੱਚੀ ਦੀ 2 ਬੱਚੇ, ਆਪਰੇਸ਼ਨ ਨਾ ਹੋਏ, ਤੇ ਤੀਜਾ ਹੋਣ ਵਾਲਾ ਸੀ, ਤੀਜਾ ਬੇਟਾ ਯਾਨੀ ਕਿ ਚੌਥਾ ਨੰਬਰ ਹੋਣ ਵਾਲਾ ਸੀ। ਤੇ ਉਹਨੂੰ ਕਾਲ ਆ ਗਈ ਬੁਲਵਾ ਲਓ ਵੀ ਉੱਥੇ ਸਰਵੇ ਕਰਨਾ, ਵੱਡੀ ਲਾਈਨ ਲੰਘਣੀ, ਉਹ ਵੱਡੀਆਂ ਲਾਈਨਾਂ ਸੀ। ਬਾਬਲਾ ਜੀ ਮੈਨੂੰ ਉਹਦਾ ਭਾਜੀ ਤੂੰ ਘਰੇ ਹੀ ਹੋਣਾ, ਡਿਊਟੀ 'ਤੇ ਵੀ ਘਰ ਹੀ ਪਨਵਾ 'ਤੇ ਡਿਊਟੀ ਸੀ। ਅਤੇ ਹੁਣ ਧਿਆਨ ਰੱਖਿਓ ਜੇ ਇਹਨੂੰ ਨਾ ਫਲਾਣੇ ਹਸਪਤਾਲ ਲੈ ਕੇ ਜਾਣਾ, ਉੱਥੇ ਹੀ ਹੋਣਾ, ਆਪਰੇਸ਼ਨ ਨਹੀਂ ਹੋਣੇ ਉਹਨਾਂ ਆਖਿਆ। ਮੈਂ ਕਿਹਾ ਠੀਕ ਹੈ।
ਤੇ ਅੰਮੀ ਜੀ ਨੂੰ ਦੱਸ ਦੂਗੀ ਤੇ ਤੂੰ ਫਿਰ ਗੱਡੀ ਦਾ ਬੰਦੋਬਸਤ ਕਰਕੇ ਚਲੇ ਜਾਇਓ। ਮੈਂ ਕਿਹਾ ਠੀਕ ਆ। ਉਹ ਚਾਚੀ ਮੈਨੂੰ ਆਂਦੀ ਆ ਵੀ ਉਹ ਦਾਈ ਆਈ, ਚਾਚੀ ਆਂਦੀ ਆ ਵੀ ਉਹ ਦਰਦਾਂ ਸ਼ੁਰੂ ਹੋ ਗਈਆਂ, ਫਟਾਫਟ ਗੱਡੀ ਦਾ ਬੰਦੋਬਸਤ ਕਰ। ਮੈਂ ਕਿਹਾ 2 ਗੋਲੀਆਂ ਫੜ, ਲੌਂਗਦਾਰ ਜੀ ਨੇ ਖਵਾ ਤੇ ਮੈਂ ਗੱਡੀ ਲੈ ਕੇ ਆਇਆ। ਬਾਹਰ ਚਾਚੇ ਦੇ ਪੁੱਤ ਬੈਠੇ ਸੀ, ਮੰਜਾ ਵੱਡਾ ਡੱਠਾ ਹੁੰਦਾ ਸੀ, ਜਿੰਨਾ ਖੂਨ ਕੱਢਦਾ ਡਾਇਆ ਨਾ, ਇਹਦੇ ਨਾਲ ਦੇ 2 ਹੁੰਦੇ ਸੀ। ਉਹਨਾਂ ਦੇ ਵਿੱਚ ਕਹਿ ਜਿਹਾ ਬਹਿ ਗਿਆ ਜਿਹੜਾ ਮੈਂ ਦਿਸਾਂ ਨਾ ਕਿਸੇ ਨੂੰ। ਉਹ ਜਨਾਬੇ ਵਾਲਾ ਮਿੰਟ 15 ਕਿ 20 ਲੰਘੇ ਤੇ ਚਾਚੀ ਵੇ ਅਫਜ਼ਲ, ਵੇ ਫਲਾਨਿਆ, ਵੇ ਅਖਤਰ, ਉਹ ਭਾਜੀ ਸ਼ਬੀਰ ਨੂੰ ਸੱਦ ਕੇ ਲਿਆ, ਉਹਨੂੰ ਗੱਡੀ ਵਾਲੇ ਨੂੰ ਗੱਡੀ ਨਾ ਲਿਆਵੇ, ਗੱਡੀ ਵਾਲੇ ਨੂੰ ਜਵਾਬ ਦੇ ਦਿਆ ਮੁੰਡਾ ਜੰਮ ਪਿਆ। ਮੈਂ ਜੰਮ ਪਿਆ, ਗੱਡੀ ਨਾ ਲਿਆਵੇ।